सरदार सिमरनजीत सिंह मान की मदद इसलिए कर रहे हैं कि दूसरे पासे जिहड़ियां धिरां ने वो सारियां दिल्ली दियां हथ ठोकियां ने। दीप सिद्धू एक गल कहदा हुंदा सी कि जिहड़ी भी पॉलिटिक्स दिल्ली तो चलूगी, जिहड़ी भी पार्टी दिल्ली तो चलूगी, वो कदे पंजाब दा भला नहीं कर सकदी। सुखबीर सिंह बादल आप मैंबर पार्लीमेंट है, ਉਹਦੀ ਵਾਈਫ ਹਰਸਿਮਰਤ ਕੌਰ ਬਾਦਲ ਉਹ ਮੈਂਬਰ ਪਾਰਲੀਮੈਂਟ ਹੈ। ਇੱਕ ਸ਼ਬਦ ਵੀ ਦੋਹਾਂ ਨੇ ਇੱਕ ਸ਼ਬਦ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਲਈ ਬੋਲਿਆ ਹੋਵੇ ਉਹ ਦਿਖਾ ਦੇਣ। ਤੇ ਜੇਕਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕੀ ਹੈ ਤਾਂ ਅਕਾਲੀ ਦਲ ਦੀ ਵਜ੍ਹਾ ਨਾਲ ਰੁਕੀ ਹੈ। ਹੁਣ ਤਾਂ ਸੰਗਰੂਰ ਦੇ ਵਿੱਚ ਇਹਨਾਂ ਨੂੰ ਕੋਈ ਕੈਂਡੀਡੇਟ ਹੀ ਨਹੀਂ ਮਿਲਿਆ। ਪਹਿਲਾਂ ਇਹਨਾਂ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਿਹਾ, ਉਹ ਹੱਥ ਖੜੇ ਕਰਕੇ ਭੱਜ ਗਿਆ। ਫਿਰ ਇਹਨਾਂ ਨੇ ਬਲਦੇਵ ਸਿੰਘ ਮਾਨ ਨੂੰ ਕਿਹਾ, ਉਹ ਭੱਜ ਗਿਆ। ਉਸ ਤੋਂ ਬਾਅਦ ਇਹ ਬਰਨਾਲਾ ਪਰਿਵਾਰ ਕੋ ਚਲੇ ਗਏ, ਉਹ ਕਹਿੰਦੇ ਅਸੀਂ ਨਹੀਂ ਲੜਦੇ। ਅਕਾਲੀ ਦਲ ਦੀ ਹਾਲਤ ਹੈ ਜਿਹੜੀ ਵੱਧ ਤੋਂ ਬਦਤਰ ਹੈ। ਸਾਡੀ ਜਿਹੜੀ ਭੈਣ ਹੈ ਕਮਲਜੀਤ, ਉਹਨੂੰ ਕਮਲਦੀਪ ਉਹਨੂੰ ਖੜਾ ਕਰਤਾ, ਉਹਦੀ ਵੀ ਬਲੀ ਲੈਣ ਵਾਸਤੇ। ਜੇ ਜਿੱਤਦਾ ਕਹਾਂਗੇ ਅਕਾਲੀ ਦਲ ਦੀ ਤੱਕੜੀ ਜਿੱਤ ਗਈ, ਜੇ ਹਾਰਦੀ ਆ ਕਹਾਂਗੇ ਬੰਦੀ ਸਿੰਘਾਂ ਕਰਕੇ ਹਾਰ ਗਈ। ਜਿਹੜੇ ਪੋਸਟਰ ਨੇ ਫਲੈਕਸ ਨੇ, ਅਕਾਲੀ ਦਲ ਦੇ ਪ੍ਰਧਾਨ ਦੀ ਵੀ ਫੋਟੋ ਨਹੀਂ, ਉਹ ਜਿਹੜਾ ਬਜ਼ੁਰਗ ਬਾਦਲ ਹੈ ਉਹਦੀ ਫੋਟੋ ਨਹੀਂ, ਹਰਸਿਮਰਤ ਦੀ ਫੋਟੋ ਨਹੀਂ, ਤੇ ਕੁਛ ਤਾਂ ਇਹਨਾਂ ਦੇ ਸੱਜਣ ਮਿੱਤਰ ਪਹਿਲਾਂ ਹੀ ਜੇਲ੍ਹਾਂ 'ਚ ਬੈਠੇ ਨੇ। ਕਿਸੇ ਵੀ ਅਕਾਲੀ ਲੀਡਰ ਦੀ ਫੋਟੋ ਇਸ ਕਰਕੇ ਨਹੀਂ ਲਾਈ ਕਿ ਲੋਕ ਇਹਨਾਂ ਦੇ ਜੁੱਤੀਆਂ ਮਾਰਦੇ ਨੇ। ਵਾੜਾ ਜੀ ਲੋਕ ਤਾਂ ਮਾਨ ਸਾਹਿਬ ਨੂੰ ਵੀ ਕਹਿੰਦੇ ਆ ਕਿ ਮਾਨ ਸਾਹਿਬ ਨੂੰ 2 ਵਾਰ ਮੌਕਾ ਦੇ ਕੇ ਦੇਖ ਚੁੱਕਿਆ ਸੀ। ਮਾਨ ਸਾਹਿਬ ਨੇ 2 ਵਾਰ ਮੌਕਾ ਦੇਣ ਦੇ ਬਾਵਜੂਦ ਕੁਝ ਕੀਤਾ ਨਹੀਂ। ਤਾਂ ਜੇ ਬੰਦੀ ਸਿੰਘਾਂ ਦੀ ਗੱਲ ਕਰ ਲਈ ਤਾਂ ਬੰਦੀ ਸਿੰਘਾਂ ਦੀ ਮਾਨ ਸਾਹਿਬ ਤੋਂ ਵੱਧ ਕੋਈ ਆਵਾਜ਼ ਨਹੀਂ ਉਠਾ ਸਕਦਾ। ਇਹ ਇਲੈਕਸ਼ਨ ਇੱਕ ਇਹੋ ਜਿਹਾ ਮੀਲ ਪੱਥਰ ਸਾਬਤ ਹੋਣਾ ਹੈ ਕਿ ਇੱਕ ਪਾਸੇ ਪੰਜਾਬ ਹੈ ਤੇ ਦੂਸਰੇ ਪਾਸੇ ਸਾਰੀਆਂ ਧਿਰਾਂ ਦਿੱਲੀ ਵਾਲੀਆਂ ਨੇ। ਕਿਉਂ ਮਾਨ ਸਾਹਿਬ ਨੂੰ ਇੱਕ ਟਾਰਗੇਟ ਕੀਤਾ ਗਿਆ, ਇਹਨਾਂ ਨੇ ਕੁਝ ਕੀਤਾ ਨਹੀਂ। ਕਿਉਂ ਨਹੀਂ ਕੀਤਾ? ਇਹ ਉਹਨਾਂ ਲੋਕਾਂ ਦੀ ਆਵਾਜ਼ ਹੈ ਜੋ ਜਿਨ੍ਹਾਂ ਨੂੰ ਮਾਨ ਸਾਹਿਬ ਤੋਂ ਡਰ ਲੱਗਦਾ, ਲੋਕਾਂ ਦੀ ਆਵਾਜ਼ ਨਹੀਂ। ਸਰਦਾਰ ਸਿਮਰਨਜੀਤ ਸਿੰਘ ਮਾਨ ਇਕੱਲੇ ਨਹੀਂ 12 ਮੈਂਬਰ ਪਾਰਲੀਮੈਂਟ ਹੋਰ ਵੀ ਜਿੱਤੇ ਸੀਗੇ, ਔਰ ਉਸ ਵੇਲੇ ਜਿਹੜੀ ਲੋਕ ਸਭਾ ਸੀ ਉਹ 1 ਸਾਲੇ ਚੱਲੀ ਸੀ। ਬੈਸਟ ਪਾਰਲੀਮੈਂਟਰ ਦਾ ਖਿਤਾਬ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਤੀ। ਇਹ ਸ਼ਾਇਦ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਬੈਸਟ ਪਾਰਲੀਮੈਂਟ ਦਾ। ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਤੇ ਫਿਰ ਉਦੋਂ ਬਾਅਦ ਬੰਦੀ ਸਿੰਘਾਂ ਦੀ ਆਵਾਜ਼ ਚੱਕਣਗੇ। ਜੇ ਇੱਥੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਦੇ ਨੇ ਜਾਂ ਭੈਣ ਕਮਲਦੀਪ ਕੌਰ ਰਾਜੋਆਣਾ ਜਿੱਤਦੇ ਨੇ, ਬੰਦੀ ਸਿੰਘਾਂ ਨੂੰ ਛਡਾਉਣ ਵਿੱਚ ਉਹ ਗੱਲ ਨਾਲ ਕੋਈ ਫਰਕ ਨਹੀਂ ਪੈਣਾ। ਜੇ ਇਹ ਪ੍ਰਧਾਨ ਮੰਤਰੀ ਦੇ ਯਾਰ ਨੇ ਪੱਕੇ ਬਾਦਲ ਪਰਿਵਾਰ, ਇਹਨਾਂ ਨੇ ਹਮੇਸ਼ਾ ਪੰਥ ਦੀ ਪਿੱਠ ਵਿੱਚ ਛੁਰਾ ਹੀ ਮਾਰਿਆ। ਇਹ ਇੱਕ ਵਾਰ ਛਡਾ ਲਿਆਉਣ ਬੰਦੀ ਸਿੰਘਾਂ ਨੂੰ, ਯਾਰ ਕਿੱਡੀ ਕੁ ਬੜੀ ਗੱਲ ਹੈ। ਜੇ ਪ੍ਰਧਾਨ ਮੰਤਰੀ ਬਾਦਲ ਦੇ ਗੋਡੀਆਂ ਹੱਥ ਲਾਉਂਦਾ ਹੈ ਤੇ ਇਹ ਅਮਿਤ ਸ਼ਾਹ ਨੂੰ ਜਾ ਕੇ ਸੁਖਬੀਰ ਬਾਦਲ ਜੱਫੀਆਂ ਪਾਉਂਦਾ ਹੈ, ਤਾਂ ਫਿਰ ਪਹਿਲਾਂ ਬੰਦੀ ਸਿੰਘਾਂ ਵਾਲਾ ਮਸਲਾ ਰੱਖਦੇ ਕਿ ਬੰਦੀ ਸਿੰਘਾਂ ਨੂੰ ਛੱਡੋ ਫਿਰ ਚੋਣ ਲੜਦੇ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਿਹੜੇ ਮਤਲਬ ਕਾਤਲ ਸੀਗੇ ਜਾਂ ਉਹਨਾਂ ਨੂੰ ਵੀ ਰਿਹਾਈਆਂ ਮਿਲ ਚੁੱਕੀਆਂ, ਤਾਂ ਇਹਨਾਂ ਨੂੰ ਕਿਉਂ ਨਹੀਂ? ਇਹਨਾਂ ਨੂੰ ਵੀ ਹੋਣਾ ਚਾਹੀਦਾ। ਸਿੱਖ ਪੰਥ ਦੀ ਗੱਲ ਕਰ ਲਈਏ, ਐਦੋਂ ਵੱਡਾ ਸੈਕੂਲਰ ਪੰਥ ਕੋਈ ਨਹੀਂ ਹੋ ਸਕਦਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਕ ਲਓ, ਗੁਰੂ ਨਾਨਕ ਪਾਤਸ਼ਾਹ ਦੀ ਉਹਨਾਂ ਦਾ ਜਿਹੜਾ ਵਿਚਾਰਧਾਰਾ ਚੱਕ ਲਓ, ਐਦੋਂ ਵੱਡਾ ਸੈਕੂਲਰ ਕੋਈ ਹੋ ਹੀ ਨਹੀਂ ਸਕਦਾ। ਜੇ ਧਰਮ ਨੂੰ ਰਾਜਨੀਤੀ ਲਈ ਜਿਹੜੇ ਵਰਤਦੇ ਨੇ ਨਾ, ਉਹ ਹੋਰ ਤਰੀਕੇ ਨਾਲ ਵਰਤਦੇ ਨੇ। ਉਹਨਾਂ ਨੇ ਕੀ ਕਰਨਾ ਵੀ ਇੱਕ ਪਰ ਸਾਰਿਆਂ ਨੇ ਕਿਹਾ ਕਿ ਹਾਂ, ਜਦੋਂ ਦੀਪ ਦੀ ਸੋਚ ਇਹ ਸੀਗੀ ਕਿ ਮਾਨ ਸਾਹਿਬ ਨੂੰ ਜਿਤਾਉਣਾ ਆ। ਮਾਨ ਸਾਹਿਬ ਇੱਕ ਸੋਚ ਹੈ, ਇੱਕ ਕਿਰਦਾਰ ਹੈ, ਤੇ ਉਹਨੂੰ ਆਪਾਂ ਜਿਤਾਉਣਾ ਆ। ਤੇ ਉਹ ਫੈਸਲਾ ਸੀਗਾ, ਇਸ ਕਰਕੇ ਅਸੀਂ ਸਾਰੇ ਆਪਣੀ ਵਾਰਸ ਪੰਜਾਬ ਦੇ ਜਥੇਬੰਦੀ ਆ ਅੱਜ ਇੱਥੇ ਪਹੁੰਚੇ ਆ। ਨੌਜਵਾਨਾਂ 'ਚ ਕਾਫੀ ਹੰਗਾਰਾ ਹੈ ਮਾਨ ਸਾਹਿਬ ਨੂੰ ਲੈ ਕੇ। ਜਿੱਦਾਂ ਦਰਸ਼ਕੋ, ਜੇਕਰ ਸੰਗਰੂਰ ਜਿਮਨੀ ਚੋਣਾਂ ਦੀ ਗੱਲ ਕਰ ਲਈਏ ਤਾਂ ਜਿਮਨੀ ਚੋਣਾਂ ਦਾ ਵਿਗਲ ਵੱਜਿਆ ਹੋਇਆ ਹੈ ਤੇ ਸਾਰੀਆਂ ਪਾਰਟੀਆਂ ਆਪਣੇ ਆਪਣੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਮੈਦਾਨ ਦੇ ਵਿੱਚ ਆਪਣੇ ਆਪਣੇ ਕੈਂਡੀਡੇਟ ਉਤਾਰੇ ਹੋਏ ਨੇ। ਹਰ ਪਾਰਟੀ ਦੇ ਸਪੋਰਟਰ ਜਿਹੜਾ ਹੈ ਉਹਨਾਂ ਕੈਂਡੀਡੇਟਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਨੇ। ਜੇਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰ ਲਈਏ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਨਿਤਰੀ ਹੈ। ਵਾਰਸ ਪੰਜਾਬ ਦੀ ਜਥੇਬੰਦੀ ਦੇ ਵਿੱਚ ਜਿਹੜਾ ਹੈ ਅੱਜ ਮਰੇਲਕੋਟਲਾ ਦੇ ਵਿੱਚ ਜਿਹੜਾ ਹੈ ਪ੍ਰਚਾਰ ਕਰ ਰਹੀ ਹੈ ਵਾਰਸ ਪੰਜਾਬ ਦੀ ਜਥੇਬੰਦੀ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਸਾਡੇ ਨਾਲ ਪ੍ਰਵਿੰਦਰ ਸਿੰਘ ਤਲਵਾੜਾ ਜੀ, ਭਾਈ ਹਰਿੰਦਰ ਸਿੰਘ ਖੋਸਾ ਜੀ ਐਡਵੋਕੇਟ ਤੇ ਹਰਨੇਕ ਸਿੰਘ ਫੌਜੀ ਪ੍ਰਧਾਨ ਵਾਰਸ ਪੰਜਾਬ ਦੀ ਜਥੇਬੰਦੀ ਤੇ ਸਾਡੇ ਨਾਲ ਮੌਜੂਦ ਨੇ। ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਕਿਸ ਨੀਤੀ ਨੂੰ ਲੈ ਕੇ ਜਿਹੜਾ ਵਾਰਸ ਪੰਜਾਬ ਦੀ ਜਥੇਬੰਦੀ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਜਿਹੜਾ ਹੈ ਸਮਰਥਨ ਕੀਤਾ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਪਲਵਿੰਦਰ ਸਿੰਘ ਤਲਵਾੜਾ ਜੀ, ਤੁਸੀਂ
ਇਸ ਸਮੇਂ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਜਿਹੜਾ ਸਮਰਥਨ ਕਰ ਰਹੇ ਹੋ ਤੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈ ਪ੍ਰਚਾਰ ਵੀ ਕਰ ਰਹੇ ਹੋ, ਕਿਸ ਨੀਤੀ ਨੂੰ ਲੈ ਕੇ ਜਿਹੜਾ ਤੁਸੀਂ ਪ੍ਰਚਾਰ ਕਰ ਰਹੇ ਹੋ? ਦੇਖੋ, ਜਿਹੜੀ ਦੀਪ ਸਿੱਧੂ ਦੀ ਸੋਚ ਤੀ ਇੱਕ ਪੰਜਾਬ ਪੱਖੀ ਪੋਲਿਟਿਕਸ ਖੜੀ ਕਰਨ ਦੀ, ਕਿ ਇੱਕ ਪੰਜਾਬ ਪੱਖੀ ਪੋਲਿਟਿਕਸ ਖੜੀ ਆਪਾਂ ਕਰ ਸਕੀਏ, ਉਹਦੇ ਜਿਹੜੇ ਦੀਪ ਸਿੱਧੂ ਦੇ ਪਦ ਚਿੰਨ੍ਹਾਂ ਤੇ ਹੀ ਅਸੀਂ ਚੱਲ ਰਹੇ ਹਾਂ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮਦਦ ਇਸ ਲਈ ਕਰ ਰਹੇ ਹਾਂ ਕਿ ਦੂਸਰੇ ਪਾਸੇ ਜਿਹੜੀਆਂ ਧਿਰਾਂ ਨੇ ਉਹ ਸਾਰੀਆਂ ਦਿੱਲੀ ਦੀਆਂ ਹੱਥ ਠੋਕੀਆਂ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਆ ਨਵੇਂ ਸੱਤਾ 'ਚ ਆਏ ਨੇ ਭਗਵੰਤ ਮਾਨ ਹੋਣੀ, ਆਮ ਆਦਮੀ ਪਾਰਟੀ। ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਜਿਹੜੀ ਵੀ ਪੋਲਿਟਿਕਸ ਦਿੱਲੀ ਤੋਂ ਚੱਲੂਗੀ, ਜਿਹੜੀ ਵੀ ਪਾਰਟੀ ਦਿੱਲੀ ਤੋਂ ਚੱਲੂਗੀ, ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਇਸ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਖੇਤਰੀ ਪਾਰਟੀ ਹੈ ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਕਦੇ ਵੀ ਦਿੱਲੀ ਦੇ ਅੱਗੇ ਝੁਕੇ ਨਹੀਂ, ਦਿੱਲੀ ਤੋਂ ਡਰੇ ਨਹੀਂ ਤੇ ਦਿੱਲੀ ਇਹਨਾਂ ਨੂੰ ਕਦੇ ਖਰੀਦ ਨਹੀਂ ਸਕੀ। ਇਸ ਲਈ ਅਸੀਂ ਸਾਰੇ ਰਲ ਕੇ ਦੀਪ ਸਿੱਧੂ ਦੀ ਸੋਚ ਨੂੰ ਅੱਗੇ ਲਿਜਾ ਰਹੇ ਹਾਂ ਕਿ ਇੱਕ ਇਸ ਚੋਣ ਵਿੱਚ ਪੰਜਾਬ ਪੱਖੀ ਪੋਲਿਟਿਕਸ ਖੜੀ ਕੀਤੀ ਜਾ ਸਕੇ। ਤਲਵਾੜਾ ਜੀ, ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਅਕਾਲੀ ਦਲ ਬਾਦਲ ਹੈ ਜਾਂ ਕਾਂਗਰਸ ਹੈ ਜਾਂ ਝਾੜੂ ਦੀ ਗੱਲ ਕਰ ਲਈਏ ਤਾਂ ਤੁਸੀਂ ਕਹਿ ਰਹੇ ਹੋ ਕਿ ਉਹ ਦਿੱਲੀ ਦੀਆਂ ਹੱਥ ਠੋਕੀਆਂ ਨੇ। ਇਸ ਵਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜੋ ਉਹ ਕਹਿੰਦੇ ਕਿ ਅਸੀਂ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਇਲੈਕਸ਼ਨ ਲੜ ਰਹੇ ਹਾਂ, ਅਸੀਂ ਸਿਰਫ ਬੰਦੀ ਸਿੰਘਾਂ ਨੂੰ ਆਜ਼ਾਦ ਕਰਾਉਣ ਲਈ ਜਿਹੜੀ ਇਲੈਕਸ਼ਨ ਲੜ ਰਹੇ ਹਾਂ। ਤੁਹਾਨੂੰ ਨਹੀਂ ਲੱਗਦਾ ਸੀ ਕਿ ਸਿਮਰਜੀਤ ਸਿੰਘ ਮਾਨ ਨੂੰ ਜਿੱਦਾਂ ਉਹਨਾਂ ਨੇ ਪ੍ਰਪੋਜ਼ਲ ਭੇਜੀ ਆਪਣੀ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਸੀ? ਦੇਖੋ, ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ। ਸੁਖਬੀਰ ਸਿੰਘ ਬਾਦਲ ਕਹਿੰਦਾ ਵੀ ਮਾਨ ਸਾਹਿਬ ਨੂੰ ਅਸੀਂ ਕਿਹਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਾਂ ਇੱਕ ਹੋ ਜਾਈਏ। ਸੁਖਬੀਰ ਸਿੰਘ ਬਾਦਲ ਆਪ ਮੈਂਬਰ ਪਾਰਲੀਮੈਂਟ ਹੈ, ਉਹਦੀ ਵਾਈਫ ਹਰਸਿਮਰਤ ਕੌਰ ਬਾਦਲ ਉਹ ਮੈਂਬਰ ਪਾਰਲੀਮੈਂਟ ਹੈ। ਇੱਕ ਸ਼ਬਦ ਵੀ ਦੋਹਾਂ ਨੇ, ਇੱਕ ਸ਼ਬਦ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਲਈ ਬੋਲਿਆ ਹੋਵੇ ਉਹ ਦਿਖਾ ਦੇਣ, ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇਸ ਚੋਣ 'ਚੋਂ ਬਿਠਾ ਦਾਂਗੇ। ਇੱਕ ਸ਼ਬਦ। ਅਕਾਲੀ ਦਲ ਕਹਿੰਦੇ ਕਿ ਜਦੋਂ ਕਿਸੇ ਦੇ ਡੈੱਡ ਵਾਰੰਟ ਜਾਰੀ ਹੋ ਜਾਣ ਤਾਂ ਉਹ ਵਾਪਸ ਨਹੀਂ ਮੁੜਦੇ। ਜੇਕਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕੀ ਹੈ ਤਾਂ ਅਕਾਲੀ ਦਲ ਦੀ ਵਜ੍ਹਾ ਨਾਲ ਰੁਕੀ ਹੈ। ਬਿਲਕੁਲ ਨਹੀਂ, ਉਹ ਸਾਰੀ ਸਿੱਖ ਕੌਮ ਨੇ ਭਾਈ ਰਾਜੋਆਣਾ ਦੀ ਪਿੱਠ ਤੇ ਖੜੀ ਸੀਗੀ। ਅਕਾਲੀ ਦਲ ਨੇ ਤਾਂ ਕਦੇ ਵੀ ਜਿਹੜੇ ਜੇਲ੍ਹਾਂ 'ਚ ਬੰਦੀ ਸਿੰਘ ਨੇ 15 ਸਾਲ ਅਕਾਲੀ ਦਲ ਪਾਵਰ 'ਚ ਰਿਹਾ, ਠੀਕ ਹੈ, ਤੇ ਮੈਂਬਰ ਪਾਰਲੀਮੈਂਟ ਰਹੇ ਨੇ, ਕੈਬਨਿਟ 'ਚ ਮਿਨਿਸਟਰ ਰਹੇ ਨੇ, ਸੈਂਟਰ ਦੀ 'ਚ ਪ੍ਰਕਾਸ਼ ਸਿੰਘ ਬਾਦਲ ਦੇ, ਨਰਿੰਦਰ ਮੋਦੀ ਗੋਡੀਆਂ ਤਲਾਉਂਦਾ ਹੁੰਦਾ ਸੀ, ਵਾਜਪਾਈ ਦੇ ਵੀ ਇਹ ਯਾਰ ਤੀ, ਕੀ ਇਹ ਛਡਾ ਨਹੀਂ ਸੀ ਸਕਦੇ? ਕਦੇ ਵੀ ਅੱਜ ਤੱਕ ਸੈਂਟਰ ਸਰਕਾਰ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘਾਂ ਬਾਰੇ ਗੱਲ ਨਹੀਂ ਕੀਤੀ। ਹੁਣ ਤਾਂ ਸੰਗਰੂਰ ਦੇ ਵਿੱਚ ਇਹਨਾਂ ਨੂੰ ਕੋਈ ਕੈਂਡੀਡੇਟ ਹੀ ਨਹੀਂ ਮਿਲਿਆ। ਪਹਿਲਾਂ ਇਹਨਾਂ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਕਿਹਾ, ਉਹ ਹੱਥ ਖੜੇ ਕਰਕੇ ਭੱਜ ਗਿਆ। ਫਿਰ ਇਹਨਾਂ ਨੇ ਬਲਦੇਵ ਸਿੰਘ ਮਾਨ ਨੂੰ ਕਿਹਾ, ਉਹ ਭੱਜ ਗਿਆ। ਉਸ ਤੋਂ ਬਾਅਦ ਇਹ ਬਰਨਾਲਾ ਪਰਿਵਾਰ ਕੋਲ ਚਲੇ ਗਏ, ਉਹ ਕਹਿੰਦੇ ਅਸੀਂ ਨਹੀਂ ਲੜਦੇ। ਅਕਾਲੀ ਦਲ ਦੀ ਹਾਲਤ ਹੈ ਜਿਹੜੀ ਵੱਧ ਤੋਂ ਬਦਤਰ ਹੈ ਔਰ ਅਕਾਲੀ ਦਲ ਨੂੰ ਕੋਈ ਪੁੱਛ ਨਹੀਂ ਰਿਹਾ। ਅਕਾਲੀ ਦਲ ਕੋਲ ਤਾਂ ਕੋਈ ਕੈਂਡੀਡੇਟ ਹੀ ਨਹੀਂ ਸੀ ਸੰਗਰੂਰ ਚੋਣ 'ਚ, ਤਾਂ ਉਹਨਾਂ ਨੇ ਇੱਕ ਆਪਣੀ ਗਰਾਊਂਡ ਬਣਾਉਣ ਵਾਸਤੇ, ਰਾਜਨੀਤਿਕ ਗਰਾਊਂਡ ਬਣਾਉਣ ਵਾਸਤੇ ਸਾਡੀ ਜਿਹੜੀ ਭੈਣ ਹੈ ਕਮਲਜੀਤ, ਉਹਨੂੰ ਕਮਲਦੀਪ, ਉਹਨੂੰ ਖੜਾ ਕਰਤਾ। ਉਹਦੀ ਵੀ ਬਲੀ ਲੈਣ ਵਾਸਤੇ। ਜੇ ਜਿੱਤਦਾ ਕਹਾਂਗੇ ਅਕਾਲੀ ਦਲ ਦੀ ਤੱਕੜੀ ਜਿੱਤ ਗਈ, ਜੇ ਹਾਰਦੀ ਆ ਕਹਿੰਦਾਂਗੇ ਬੰਦੀ ਸਿੰਘਾਂ ਕਰਕੇ ਹਾਰ ਗਈ। ਤੁਸੀਂ ਅਕਾਲੀ ਦਲ ਦੀ ਤਰਾਸਦੀ ਦੇਖੋ, ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿੱਚ ਜਿੱਦਾਂ ਅਕਾਲੀ ਦਲ ਚੋਣਾਂ ਲੜਨ ਲੱਗਿਆ, ਜਿਹੜੇ ਪੋਸਟਰ ਨੇ, ਫਲੈਕਸ ਨੇ, ਅਕਾਲੀ ਦਲ ਦੇ ਪ੍ਰਧਾਨ ਦੀ ਵੀ ਫੋਟੋ ਨਹੀਂ, ਉਹ ਜਿਹੜਾ ਬਜ਼ੁਰਗ ਬਾਦਲ ਹੈ ਉਹਦੀ ਫੋਟੋ ਨਹੀਂ, ਹਰਸਿਮਰਤ ਦੀ ਫੋਟੋ ਨਹੀਂ, ਤੇ ਕੁਛ ਤਾਂ ਇਹਨਾਂ ਦੇ ਸੱਜਣ ਮਿੱਤਰ ਪਹਿਲਾਂ ਹੀ ਜੇਲ੍ਹਾਂ 'ਚ ਬੈਠੇ ਨੇ। ਕਿਸੇ ਵੀ ਅਕਾਲੀ ਲੀਡਰ ਦੀ ਫੋਟੋ ਇਸ ਕਰਕੇ ਨਹੀਂ ਲਾਈ ਕਿ ਲੋਕ ਇਹਨਾਂ ਦੇ ਜੁੱਤੀਆਂ ਮਾਰਦੇ ਨੇ। ਸੁਖਬੀਰ ਬਾਦਲ ਨੇ ਜੋ ਪੰਜਾਬ ਨਾਲ, ਜੋ ਕੌਮ ਨਾਲ, ਠੀਕ ਹੈ, ਜੋ ਪੰਥ ਦਾ ਨਹੀਂ ਹੋਇਆ, ਜੋ ਗੁਰੂ ਗ੍ਰੰਥ ਦਾ ਨਹੀਂ ਹੋਇਆ, ਅੱਜ ਇਹ ਹਾਲਤ ਹੋ ਗਈ ਕਿ ਉਹਦੇ ਕੋਲ ਕੈਂਡੀਡੇਟ ਵੀ ਨਹੀਂ ਸੀ। ਤਲਵਾੜਾ ਜੀ, ਲੋਕ ਤਾਂ ਮਾਨ ਸਾਹਿਬ ਨੂੰ ਵੀ ਕਹਿੰਦੇ ਆ ਕਿ ਮਾਨ ਸਾਹਿਬ ਨੂੰ 2 ਵਾਰ ਮੌਕਾ ਦੇ ਕੇ ਦੇਖ ਚੁੱਕਿਆ ਸੀ। ਮਾਨ ਸਾਹਿਬ ਨੇ 2 ਵਾਰ ਮੌਕਾ ਦੇਣ ਦੇ ਬਾਵਜੂਦ ਕੁਝ ਕੀਤਾ ਨਹੀਂ ਹੈਗਾ, ਸਿਰਫ ਸ੍ਰੀ ਸਾਹਿਬ ਨੂੰ ਲੈ ਕੇ ਜਿਹੜਾ ਅੜ ਗਏ ਨੇ। ਤੇ ਅੱਜ ਜੇਕਰ ਮਾਨ ਸਾਹਿਬ ਜਿੱਤਦੇ ਨੇ ਜਾਂ ਕਰ ਭੈਣ ਕਮਲਦੀਪ ਕੌਰ ਰਾਜੋਆਣਾ ਜਿੱਤਦੇ ਆ ਤਾਂ ਤੁਹਾਨੂੰ ਕੀ ਲੱਗਦਾ ਹੈ? ਖੋਸਾ ਜੀ, ਤੁਹਾਨੂੰ ਵੀ ਸਵਾਲ ਹੈ ਕਿ ਤੁਸੀਂ ਇੱਕ ਐਡਵੋਕੇਟ ਹੋ, ਤੁਹਾਨੂੰ ਲੱਗਦਾ ਹੈ ਕਿ ਜੇਕਰ ਕਮਲਦੀਪ ਕੌਰ ਜਿੱਤਦੇ ਹੈ
ਤਾਂ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੈਗੀ ਆ ਨੀਤੀ ਕਿ ਜੇਕਰ ਉਹ ਜਿੱਤਦੇ ਆ, ਉਹਨਾਂ ਨੂੰ ਵੋਟ ਪੈਂਦੀ ਹੈ ਬੰਦੀ ਸਿੰਘਾਂ ਦੇ ਨਾਂ ਦੇ ਉੱਪਰ, ਤਾਂ ਰਾਜੋਆਣਾ ਨੂੰ ਜਿਹੜਾ ਰਿਹਾਈ ਦੇ ਉੱਪਰ ਜਾਂ ਹੋਰ ਬੰਦੀ ਸਿੰਘਾਂ ਨੂੰ ਰਿਹਾਈ ਦੇ ਉੱਪਰ ਕੁਝ ਅਸਰ ਹੋਏਗਾ? ਦੇਖੋ, ਮੇਰਾ ਮੰਨਣਾ ਇਹ ਹੈ ਵੀ ਜੇ ਇੰਟੈਲੈਕਟ ਲੈਵਲ ਦੀ ਗੱਲ ਕਰ ਲਈਏ ਤਾਂ ਮਾਨ ਸਾਹਿਬ ਦਾ ਕੰਪੀਟੈਂਟ ਕੈਂਡੀਡੇਟ ਹੈ ਜੋ ਬੰਦੀ ਸਿੰਘਾਂ ਦੀ ਪ੍ਰੋਪਰਲੀ ਜਿਹੜੀ ਗੱਲ ਲੋਕ ਸਭਾ ਵਿੱਚ ਰੱਖ ਸਕਦੇ ਨੇ। ਦੇਖੋ ਆਈਪੀਐਸ ਅਫੀਸਰ ਜਿਹੜੇ ਨੇ ਇਹਨਾਂ ਨੇ ਰਿਜ਼ਾਈਨ ਕੀਤਾ, ਤਾਂ ਇਹ ਤਾਂ ਖੁਦ ਬੰਦੀ ਸਿੰਘ ਨੇ। ਤਾਂ ਜੇ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਤਾਂ ਬੰਦੀ ਸਿੰਘਾਂ ਦੀ ਮਾਨ ਸਾਹਿਬ ਤੋਂ ਵੱਧ ਕੋਈ ਆਵਾਜ਼ ਨਹੀਂ ਉਠਾ ਸਕਦਾ। ਜੇ ਗੱਲ ਕਰ ਲਈਏ ਭੈਣ ਕਮਲਦੀਪ ਦੀ, ਠੀਕ ਹੈ, ਉਹ ਠੀਕ ਹੈ ਭਾਈ ਰਾਜੋਆਣਾ ਦੀ ਭੈਣ ਨੇ, ਸਤਿਕਾਰਯੋਗ ਨੇ, ਪਰ ਜਿਹੜਾ ਏਜੰਡਾ ਅੱਜ ਦੇ ਟਾਈਮ ਇਹ ਜਿਹੜੀ ਲੜਾਈ ਹੈ, ਇਹ ਇਲੈਕਸ਼ਨ ਇੱਕ ਇਹੋ ਜਿਹਾ ਮੀਲ ਪੱਥਰ ਸਾਬਤ ਹੋਣਾ ਹੈ ਕਿ ਇੱਕ ਪਾਸੇ ਪੰਜਾਬ ਹੈ ਤੇ ਦੂਸਰੇ ਪਾਸੇ ਸਾਰੀਆਂ ਧਿਰਾਂ ਦਿੱਲੀ ਵਾਲੀਆਂ ਨੇ। ਹੁਣ ਇਹ ਜਿਹੜਾ ਹੈਗਾ ਅੱਜ ਦੇ ਟਾਈਮ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਇਹ ਆਵਾਜ਼ ਦੇ ਸੈਂਟਰ ਤੱਕ ਪਹੁੰਚਾਉਣੀ ਚਾਹੀਦੀ ਹੈ ਵੀ ਇਹ ਉਹ ਕੌਮ ਹੈ ਜੋ ਕਰੀਰਾਂ ਤੇ ਅੱਖਾਂ ਤੋਕਦੀ ਹੈ। ਠੀਕ ਹੈ ਨਾ? ਜੇ ਆਪਾਂ ਪੁਰਾਣੇ ਇਤਿਹਾਸ ਚਲੇ ਜਾਈਏ ਤਾਂ ਜਦੋਂ ਕੌਮ ਤੇ ਬਿਪਤਾ ਪਈ ਹੈ ਉਦੋਂ ਇਹ ਕੌਮ ਇਕੱਠੀ ਹੋਈ ਹੈ। ਇਹ ਬਚਨ ਵੀ ਹੋਏ ਗੁਰੂ ਸਾਹਿਬਾਨ ਦੇ, ਉਹ ਬਚਨ ਕਦੇ ਖਾਲੀ ਨਹੀਂ ਜਾਂਦੇ। ਉਹ ਵਕਤ ਆਊਗਾ। ਤੁਸੀਂ ਗੱਲ ਕੀਤੀ ਸੀ ਮਾਨ ਸਾਹਿਬ ਨੇ ਪਿਛਲੇ ਗੱਲ ਨਹੀਂ ਚੱਕੀ, ਉਹ YouTube ਤੇ ਪਿਆ, ਕੱਢ ਕੇ ਦੇਖ ਲਓ ਮਾਨ ਸਾਹਿਬ ਦੇ ਲੋਕ ਸਭਾ 'ਚ ਜਿਹੜੀਆਂ ਮਤਲਬ ਜੋ ਉਹਨਾਂ ਨੇ ਪੱਖ ਰੱਖੇ। ਮੈਂ ਸਵਾਲ ਇਹ ਨਹੀਂ ਕੀਤਾ ਜੀ, ਮੇਰਾ ਸਵਾਲ ਇਹ ਸੀਗਾ ਕਿ ਲੋਕਾਂ ਨੇ ਜਿਹੜੀ ਆਸ ਲੈ ਕੇ ਮਾਨ ਸਾਹਿਬ ਨੂੰ ਜਿਤਾਇਆ ਸੀ, ਉਸ ਆਸ ਤੇ ਪੂਰੇ ਨਹੀਂ ਉਤਰੇ ਮਾਨ ਸਾਹਿਬ। ਨਹੀਂ, ਇਹ ਨਹੀਂ ਹੋ ਸਕਦਾ। ਇਹ ਬਿਲਕੁਲ ਉਹਨਾਂ ਨੇ ਆਪਦੀ ਜੋ ਉਹਨਾਂ ਨੇ ਵੱਧ ਤੋਂ ਵੱਧ ਕਰ ਸਕੇ। ਪਤਾ ਕੀ ਇਹ ਗੱਲਾਂ ਨੇ, ਦੇਖੋ ਸਟੇਟ ਕਿ ਬਹੁਤ ਵੱਡਾ ਮਸ਼ੀਨਰੀ ਆ ਉਹਦੇ ਕੋਲੇ। ਜਿਹੜੀਆਂ ਮੈਜੋਰਿਟੇਰੀਅਨ ਗਵਰਨਮੈਂਟਸ ਹੁੰਦੀਆਂ ਨੇ, ਮੈਜੋਰਿਟੀ ਦੀਆਂ ਜਿਹੜੀਆਂ ਗਵਰਨਮੈਂਟਸ ਹੁੰਦੀਆਂ ਨੇ, ਉਹ ਮਿਨੋਰਿਟੀ ਤੇ ਹਮੇਸ਼ਾ ਤੋਂ ਹੀ ਬਰੂਟਲੀ ਜਿਹੜਾ ਉਹਨਾਂ ਨੂੰ ਵਿਕਟਮਾਈਜ਼ ਕਰਦੀਆਂ ਆਈਆਂ ਨੇ। ਕਿਉਂ? ਮਾਨ ਸਾਹਿਬ ਨੂੰ ਇੱਕ ਟਾਰਗੇਟ ਕੀਤਾ ਗਿਆ। ਇਹਨਾਂ ਨੇ ਕੁਝ ਕੀਤਾ ਨਹੀਂ। ਕਿਉਂ ਨਹੀਂ ਕੀਤਾ? ਬਿਲਕੁਲ ਕੀਤਾ ਉਹਨਾਂ ਨੇ। ਉਹ ਅੱਜ ਤੱਕ ਆਪਦੇ ਸਟੈਂਡ ਤੇ ਖੜੇ ਨੇ, ਪੰਜਾਬ ਦੀ ਗੱਲ ਕਰਦੇ ਆਏ ਨੇ। ਇਹ ਆਵਾਜ਼ ਲੋਕਾਂ ਦੀ ਆਵਾਜ਼ ਆ। ਲੋਕ ਕਹਿੰਦੇ ਨੇ ਕਿ ਮਾਨ ਸਾਹਿਬ ਨੂੰ 2 ਵਾਰ ਮੌਕਾ ਦੇ ਕੇ ਦੇਖ। ਨਹੀਂ, ਇਹ ਲੋਕਾਂ ਦੀ ਆਵਾਜ਼ ਨਹੀਂ ਹੈ, ਇਹ ਉਹਨਾਂ ਲੋਕਾਂ ਦੀ ਆਵਾਜ਼ ਹੈ ਜਿਨ੍ਹਾਂ ਨੂੰ ਮਾਨ ਸਾਹਿਬ ਤੋਂ ਡਰ ਲੱਗਦਾ। ਲੋਕਾਂ ਦੀ ਆਵਾਜ਼ ਨਹੀਂ। ਲੋਕ ਤਾਂ ਤੁਸੀਂ ਜਾ ਕੇ ਦੇਖ ਲਓ ਹੁਣ ਲੋਕ ਕਿਵੇਂ ਮਾਨ ਸਾਹਿਬ ਨੂੰ ਮਤਲਬ ਸਤਿਕਾਰ ਪਿਆਰ ਦੇ ਰਹੇ ਨੇ ਇਲਾਕੇ 'ਚ। ਤੁਸੀਂ ਜਾ ਕੇ ਦੇਖੋ, ਤੁਸੀਂ ਲੋਕਾਂ ਨੂੰ ਪੁੱਛੋ। ਮਾਨ ਸਾਹਿਬ ਨੇ ਪਹਿਲਾਂ ਗੱਲ ਕਰੀ ਹੈ। ਅੱਜ ਵਕਤ ਕੋਈ ਕਿਸੇ ਨੂੰ ਕਿੰਤੂ ਪਰੰਤੂ ਕਰਨ ਦਾ ਨਹੀਂ। ਜੋ ਅੱਜ ਦੇ ਟਾਈਮ ਜੇ ਪੰਥ ਦੀ ਗੱਲ ਕਰੀਏ ਤਾਂ ਆਪਾਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠਾ ਹੋਣਾ ਚਾਹੀਦਾ। ਅੱਜ ਇਹ ਨਹੀਂਗਾ। ਪਾਟੋ ਧਾੜ ਤਾਂ ਪਹਿਲਾਂ ਤੋਂ ਹੋਏ ਆ। ਜੇ ਪਾਟੋ ਧਾੜ ਤਾਂ ਪਹਿਲਾਂ ਤੋਂ ਹੋਏ ਆ ਤਾਂ ਇਹ ਜਿਹੜਾ ਲੋਕ ਨਹੀਂ ਕਹਿੰਦੇ, ਇਹ ਉਹ ਲੋਕ ਕਹਿੰਦੇ ਆ ਜਿਨ੍ਹਾਂ ਨੂੰ ਮਾਨ ਸਾਹਿਬ ਤੋਂ ਡਰ ਲੱਗਦਾ। ਮਾਨ ਸਾਹਿਬ ਤਲਵਾੜਾ ਜੀ ਜੇ ਜਿੱਤਦੇ ਨੇ, ਮਾਨ ਸਾਹਿਬ ਜਿੱਤਣ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਬੰਦੀ ਸਿੰਘਾਂ ਦੀ ਆਵਾਜ਼ ਚੱਕਣਗੇ? ਕਿਉਂਕਿ ਜਿੱਦਾਂ ਐਡਵੋਕੇਟ ਸਾਹਿਬ ਨੇ ਕਿਹਾ ਕਿ ਮਾਨ ਸਾਹਿਬ ਖੁਦ ਇੱਕ ਬੰਦੀ ਸਿੰਘ ਨੇ, ਸਭ ਨੂੰ ਪਤਾ ਹੈ ਕਿ ਮਾਨ ਸਾਹਿਬ ਇੱਕ ਖੁਦ ਬੰਦੀ ਸਿੰਘ ਨੇ। ਤੁਹਾਨੂੰ ਲੱਗਦਾ ਹੈ ਕਿ ਬੰਦੀ ਸਿੰਘਾਂ ਦੀ ਆਵਾਜ਼ ਚੱਕਣਗੇ? ਦੇਖੋ, ਇਹ ਗੱਲ ਦਾ ਮੈਂ ਤੁਹਾਡੀ ਦਾ ਬਾਅਦ 'ਚ ਜਵਾਬ ਦਿੰਦਾ। ਪਹਿਲਾਂ ਮੈਂ ਤੁਹਾਡੀ ਗੱਲ ਦਾ ਪਹਿਲੀ ਦਾ ਜਵਾਬ ਦੇ ਦੇਵਾਂ ਕਿ ਮਾਨ ਸਾਹਿਬ 2 ਵਾਰ ਬਣਾਏ, ਉਹਨਾਂ ਨੇ ਕੁਝ ਆਊਟਪੁੱਟ ਨਹੀਂ ਕੀਤੀ। ਸ਼ਾਇਦ ਇਹ ਗੱਲਾਂ ਦਾ ਬਹੁਤੇ ਬੰਦਿਆਂ ਨੂੰ ਪਤਾ ਨਹੀਂ। ਜਦੋਂ ਸਿਮਰਨਜੀਤ ਸਿੰਘ ਮਾਨ ਪਹਿਲੀ ਵਾਰ ਕਿਰਪਾਨ ਦੇ ਮਸਲੇ ਤੇ ਡਟੇ ਨੇ, ਉਸ ਵੇਲੇ ਕੌਮ ਦੀ ਬੜੀ ਚੜ੍ਹਦੀ ਕਲਾ ਸੀ। ਠੀਕ ਹੈ, ਉਸ ਵੇਲੇ ਕੌਮ ਬੜਾ ਵੱਡਾ ਹਥਿਆਰਬੰਦ ਸੰਘਰਸ਼ ਲੜ ਰਹੀ ਸੀ ਔਰ ਉਹਨਾਂ ਸਿੰਘਾਂ ਦੀ ਬਦੌਲਤ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਇਕੱਲੇ ਨਹੀਂ 12 ਮੈਂਬਰ ਪਾਰਲੀਮੈਂਟ ਹੋਰ ਵੀ ਜਿੱਤੇ ਸੀਗੇ। ਔਰ ਉਸ ਵੇਲੇ ਜਿਹੜੀ ਲੋਕ ਸਭਾ ਸੀ ਉਹ 1 ਸਾਲ ਚੱਲੀ ਸੀ। ਠੀਕ ਹੈ, ਉਸ ਤੋਂ ਬਾਅਦ ਦੁਬਾਰਾ ਇਲੈਕਸ਼ਨ ਹੋ ਗਈ ਸੀ। ਦੂਈ ਵਾਰ ਜਦੋਂ 5 ਸਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇਸੇ ਕੰਸਟੀਚੁਐਂਸੀ ਤੋਂ ਲੋਕਾਂ ਨੇ ਜਿਤਾਇਆ, ਬੈਸਟ ਪਾਰਲੀਮੈਂਟਰ ਦਾ ਖਿਤਾਬ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਤੀ। ਇਹ ਸ਼ਾਇਦ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ, ਬੈਸਟ ਪਾਰਲੀਮੈਂਟ ਦਾ। ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਸੈਸ਼ਨ ਦੇ 5 ਸਾਲ ਦੇ ਪਹਿਲੇ ਮੈਂਬਰ ਪਾਰਲੀਮੈਂਟ ਸੀ ਜਿਨ੍ਹਾਂ ਨੇ ਆਪਣੀ ਪੂਰੀ ਦੀ ਪੂਰੀ ਰਾਸ਼ੀ ਖਰਚੀ ਸੀ 25 ਦੀ 25 ਕਰੋੜ ਲੋਕਾਂ ਤੇ, ਔਰ ਉਹ ਸਾਰੇ ਧਰਮਾਂ ਦੇ ਲੋਕਾਂ ਤੇ ਖਰਚੀ ਸੀ। ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਗਊਸ਼ਾਲਾਵਾਂ ਨੂੰ ਵੀ ਪੈਸੇ ਦਿੱਤੇ ਸੀਗੇ। ਠੀਕ ਹੈ, ਇਹ ਨਹੀਂ ਹੈਗਾ ਗੱਲ। ਪਰ ਹੁਣ ਇਹ ਗੱਲ ਹੈ ਕਿ ਜਿੰਨੀਆਂ ਸਪੀਚਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਹੱਕ ਵਿੱਚ ਪਾਰਲੀਮੈਂਟ ਵਿੱਚ ਇੰਗਲਿਸ਼ ਔਰ ਪੰਜਾਬੀ 'ਚ ਬੋਲੀਆਂ ਨੇ, ਸ਼ਾਇਦ ਅੱਜ ਤੱਕ ਉਹ ਕੋਈ ਨਹੀਂ ਬੋਲਿਆ। ਸਭ ਤੋਂ ਵੱਧ ਅੱਜ ਤੱਕ ਦੇ
ਅੱਜ ਤੱਕ ਦੇ ਇਤਿਹਾਸ ਵਿੱਚ 5 ਸਾਲ ਵਿੱਚ ਜੇ ਕਿਸੇ ਮੈਂਬਰ ਪਾਰਲੀਮੈਂਟ ਦੀ ਹਾਜ਼ਰੀ ਹੈ ਤਾਂ ਉਹ ਪੂਰੇ ਪੰਜਾਬ 'ਚੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ। ਇਹ ਗੱਲਾਂ ਸ਼ਾਇਦ ਔਨ ਰਿਕਾਰਡ ਨਹੀਂ ਕਈ ਬੰਦਿਆਂ ਨੂੰ ਪਤਾ। ਸੰਗਰੂਰ ਦੇ ਇਤਿਹਾਸ ਦੀ ਆਪਾਂ ਗੱਲ ਕਰ ਲਈਏ ਤਾਂ ਸੰਗਰੂਰ ਦੇ ਲੋਕ ਨੇ ਵੱਖਰਾ ਇਤਿਹਾਸ ਸਿਰਜਦੇ ਆ, ਵੱਖਰਾ ਇੱਕ ਡਿਸੀਜਨ ਹੁੰਦਾ ਸੰਗਰੂਰ ਦੇ ਲੋਕਾਂ ਦਾ। ਜੇਕਰ ਪੰਜਾਬ ਦੀ ਹਵਾ ਕਿਸੇ ਹੋਰ ਪਾਸੇ ਚੱਲਦੀ ਆ, ਸੰਗਰੂਰ ਦੇ ਲੋਕ ਕਿਸੇ ਹੋਰ ਪਾਸੇ ਰੁੱਖ ਹੁੰਦਾ ਸੰਗਰੂਰ ਦੇ ਲੋਕਾਂ ਦਾ। ਸੰਗਰੂਰ ਦੇ ਲੋਕਾਂ ਨੇ ਜਿਹੜਾ ਸੀਐਮ ਮਾਨ ਨੂੰ, ਜੇਕਰ ਗੱਲ ਕਰ ਲਈਏ ਭਗਵੰਤ ਮਾਨ ਨੂੰ ਸੀਐਮ ਬਣਾ ਕੇ ਭੇਜਿਆ ਹੈ ਸੰਗਰੂਰ ਦੇ ਲੋਕਾਂ ਨੇ। ਪਹਿਲਾਂ ਜੇਕਰ ਆਮ ਆਦਮੀ ਪਾਰਟੀ 'ਚੋਂ ਇੱਕੋ ਹੀ ਐਮਪੀ ਜਿੱਤਣ ਵਾਲਾ ਤਾਂ ਉਹ ਸੰਗਰੂਰ ਦੇ ਵਿੱਚੋਂ ਭਗਵੰਤ ਮਾਨ ਜਿੱਤਿਆ ਹੈ। ਭਗਵੰਤ ਮਾਨ ਜਿਹੜਾ ਹੈ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲਦਾ ਹੈ, ਕਹਿੰਦਾ ਮੈਂ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲਦਾ ਹੈ। ਸਹੁੰ ਚੁੱਕ ਸਮਾਗਮ ਵੀ ਜਿਹੜਾ ਉੱਥੇ ਕੀਤਾ ਹੈ, ਪਰ ਵਿਰੋਧੀ ਕੋਈ ਮੌਕਾ ਨਹੀਂ ਛੱਡਦੇ। ਸਿਮਰਜੀਤ ਸਿੰਘ ਮਾਨ ਜੀ ਦੀ ਇੱਕ ਪੁਰਾਣੀ ਸਪੀਚ ਹੈ, ਪੁਰਾਣੀ ਇੱਕ ਇੰਟਰਵਿਊ ਹੈ, ਜਿਹਦੇ ਵਿੱਚ ਉਹਨਾਂ ਨੇ ਭਗਤ ਸਿੰਘ ਨੂੰ ਇੱਕ ਟੈਰਰਿਜ਼ਮ ਅੱਤਵਾਦੀ ਦੱਸਿਆ ਹੈ। ਜੇਕਰ ਬੰਦੀ ਸਿੰਘਾਂ ਦੀ ਆਪਾਂ ਗੱਲ ਕਰਦੇ ਹਾਂ, ਤੁਸੀਂ ਕਿਵੇਂ ਦੇਖਦੇ ਹੋ ਕਿ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਤੇ ਫਿਰ ਉਦੋਂ ਬਾਅਦ ਬੰਦੀ ਸਿੰਘਾਂ ਦੀ ਆਵਾਜ਼ ਚੱਕਣਗੇ ਉਹ? ਬਿਲਕੁਲ ਚੱਕਣਗੇ ਜੀ। ਅੱਜ ਤੱਕ ਕਦੇ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਨੂੰ, ਸਿੱਖ ਕੌਮ ਨੂੰ ਜਾਂ ਸੰਘਰਸ਼ੀ ਸਾਡੇ ਯੋਧੇ, ਸਾਡੇ ਭੈਣ ਭਰਾ ਜਿਹੜੇ ਜੇਲ੍ਹਾਂ 'ਚ ਵਿੱਚ ਬੈਠੇ ਨੇ, ਉਹਨਾਂ ਨੂੰ ਕਦੇ ਪਿੱਠ ਨਹੀਂ ਦਿਖਾਈ। ਫਿਰ ਬੰਦੀ ਸਿੰਘਾਂ ਦੇ ਵਿੱਚੋਂ ਹੀ ਸਰਬੱਤ ਖਾਲਸਾ ਸੱਦ ਕੇ ਸਰਬੱਤ ਖਾਲਸੇ ਤੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਦਾ ਅਕਾਲ ਤਖਤ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਐਲਾਨਿਆ। ਸਭ ਤੋਂ ਵੱਧ ਬੰਦੀ ਸਿੰਘਾਂ ਦੀ ਗੱਲ ਅੱਜ ਤੱਕ ਜੇ ਕਿਸੇ ਨੇ ਕਰੀ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਬੰਦੀ ਸਿੰਘਾਂ ਦੇ ਨਾਂ ਤੇ ਐਤਕੀ ਰਾਜਨੀਤੀ ਕੀਤੀ ਹੈ। ਬੰਦੀ ਸਿੰਘਾਂ ਦੀ ਇਹਨਾਂ ਨੇ ਗੱਲ ਕੋਈ ਨਹੀਂ ਕਰਨੀ। ਦੂਸਰੀ ਮੈਂ ਤੁਹਾਨੂੰ ਇੱਕ ਹੋਰ ਸਪਸ਼ਟ ਗੱਲ ਕਰਦਾ, ਕਿਉਂਕਿ ਮੈਂ ਕਦੇ ਗੋਲ ਜੀ ਗੱਲ ਨਹੀਂ ਕਦੇ ਕਰੀ ਜ਼ਿੰਦਗੀ 'ਚ। ਜੇ ਇੱਥੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਦੇ ਨੇ ਜਾਂ ਭੈਣ ਕਮਲਦੀਪ ਕੌਰ ਰਾਜੋਆਣਾ ਜਿੱਤਦੇ ਨੇ, ਬੰਦੀ ਸਿੰਘਾਂ ਨੂੰ ਛਡਾਉਣ ਵਿੱਚ ਉਹ ਗੱਲ ਨਾਲ ਕੋਈ ਫਰਕ ਨਹੀਂ ਪੈਣਾ। ਜੇ ਫਰਕ ਪੈਂਦਾ ਹੁੰਦਾ ਫਰਕ ਪਾਉਣ, ਕਿਉਂਕਿ ਸੁਖਬੀਰ ਸਿੰਘ ਬਾਦਲ ਆਪ ਮੈਂਬਰ ਪਾਰਲੀਮੈਂਟ ਹੈ, ਉਹਦੀ ਵਾਈਫ ਬੀਬਾ ਹਰਸਿਮਰਤ ਕੌਰ ਉਹ ਮੈਂਬਰ ਪਾਰਲੀਮੈਂਟ ਨੇ। ਜੇ ਮੈਂਬਰ ਪਾਰਲੀਮੈਂਟ ਬੰਦੀ ਸਿੰਘਾਂ ਨੂੰ ਛਡਾ ਸਕਦਾ, ਉਹ ਅੱਜੇ ਛਡਾ ਦੇਣ, ਦੋ ਨੇ ਉਹ ਛਡਾ ਦੇਣ। ਸਿਮਰਨਜੀਤ ਸਿੰਘ ਮਾਨ ਨੂੰ ਅਸੀਂ ਕਹਿ ਦਾਂਗੇ ਵੀ ਤੁਸੀਂ ਹੁਣ ਰਹਿਣ ਦਿਓ, ਬੰਦੀ ਸਿੰਘ ਬਾਹਰ ਆ ਗਏ। ਪਰ ਇਹ ਇਲੈਕਸ਼ਨ ਹੈ, ਉਹ ਕੋਰਟ ਦਾ ਪ੍ਰੋਸੈਸ ਹੈ, ਸਟੇਟ ਦਾ ਪ੍ਰੋਸੈਸ ਹੈ। ਜੇ ਇਹ ਪ੍ਰਧਾਨ ਮੰਤਰੀ ਦੇ ਯਾਰ ਨੇ ਪੱਕੇ ਬਾਦਲ ਪਰਿਵਾਰ, ਇਹਨਾਂ ਨੇ ਹਮੇਸ਼ਾ ਪੰਥ ਦੀ ਪਿੱਠ ਵਿੱਚ ਛੁਰਾ ਹੀ ਮਾਰਿਆ। ਇਹ ਇੱਕ ਵਾਰ ਛਡਾ ਲਿਆਉਣ ਬੰਦੀ ਸਿੰਘਾਂ ਨੂੰ, ਯਾਰ ਕਿੱਡੀ ਕੁ ਬੜੀ ਗੱਲ ਹੈ। ਜੇ ਪ੍ਰਧਾਨ ਮੰਤਰੀ ਬਾਦਲ ਦੇ ਗੋਡੀਆਂ ਤਲਾਉਂਦਾ ਹੈ ਤੇ ਇਹ ਅਮਿਤ ਸ਼ਾਹ ਨੂੰ ਜਾ ਕੇ ਸੁਖਬੀਰ ਬਾਦਲ ਜੱਫੀਆਂ ਪਾਉਂਦਾ ਹੈ, ਤਾਂ ਫਿਰ ਪਹਿਲਾਂ ਬੰਦੀ ਸਿੰਘਾਂ ਵਾਲਾ ਮਸਲਾ ਰੱਖਦੇ ਕਿ ਬੰਦੀ ਸਿੰਘਾਂ ਨੂੰ ਛੱਡੋ, ਫਿਰ ਚੋਣ ਲੜਦੇ, ਫਿਰ ਅਸੀਂ ਸਾਥ ਦਿੰਦੇ। ਖੋਸਾ ਜੀ, ਜਿਵੇਂ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਨੇ ਤਲਵਾੜਾ ਜੀ, ਕਹਿੰਦੇ ਬੰਦੀ ਸਿੰਘਾਂ ਦੀ ਜੇ ਰਿਹਾਈ ਕਰਾ ਸਕਦੇ ਨੇ ਤਾਂ ਕਰਾਉਣ। ਤੁਹਾਨੂੰ ਕੀ ਲੱਗਦਾ ਜਿਹੜਾ ਅਕਾਲੀ ਦਲ ਨੇ ਪੱਤਾ ਖੇਡਿਆ ਰਾਜਨੀਤੀ ਦਾ ਬੰਦੀ ਸਿੰਘਾਂ ਦੇ ਨਾਂ ਤੇ, ਉਹਦੇ 'ਚ ਸਕਸੈਸ ਹੋਊਗੀ ਅਕਾਲੀ ਦਲ? ਦੇਖੋ, ਇਹ ਇਕੱਲਾ ਜਿਹੜਾ ਇਲੈਕਸ਼ਨ ਹੈ ਨਾ, ਬੰਦੀ ਸਿੰਘਾਂ ਦੀ ਰਿਹਾਈ ਇੱਕ ਪੰਥ ਦੇ ਮਤਲਬ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜਾ ਮੁੱਦਾ ਹੈ, ਉਹ ਹੋਣੀ ਚਾਹੀਦੀ ਹੈ। ਜਦੋਂ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਤਾਂ ਉਹ ਉਹਨਾਂ ਨਾਲ ਹੀ ਦਰੇਤ ਕਿਉਂ? ਜਦੋਂ ਦੂਜੇ ਜਿਹੜੇ ਹੈਗੇ ਆ ਉਹਨਾਂ ਨੂੰ ਜ਼ਮਾਨਤਾਂ ਵੀ ਮਿਲ ਗਈਆਂ, ਉਹਨਾਂ ਨੂੰ ਰਿਹਾਈਆਂ ਵੀ ਮਿਲ ਗਈਆਂ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਿਹੜੇ ਮਤਲਬ ਕਾਤਲ ਸੀਗੇ ਜਾਂ ਉਹਨਾਂ ਨੂੰ ਵੀ ਰਿਹਾਈਆਂ ਮਿਲ ਚੁੱਕੀਆਂ, ਤਾਂ ਇਹਨਾਂ ਨੂੰ ਕਿਉਂ ਨਹੀਂ? ਇਹਨਾਂ ਨੂੰ ਵੀ ਹੋਣਾ ਚਾਹੀਦਾ। ਪਰ ਜਿਹੜਾ ਸੰਗਰੂਰ ਦਾ ਇਲੈਕਸ਼ਨ ਹੈ ਨਾ, ਇਕੱਲਾ ਇੱਕ ਮੁੱਦਾ ਇਹ ਨਹੀਂ ਹੈ, ਇੱਥੇ ਬਹੁਤ ਸਾਰੇ ਹੋਰ ਮੁੱਦੇ ਨੇ। ਇੱਥੇ ਇਹਨੂੰ ਇਕੱਲਾ ਬੰਦੀ ਸਿੰਘਾਂ ਦੇ ਨਾਲ ਫੋਕਸ ਕਰਕੇ ਨਹੀਂ ਦੇਖਿਆ ਜਾ ਸਕਦਾ। ਬੰਦੀ ਸਿੰਘਾਂ ਦੀ ਲੜਾਈ ਮਾਨ ਸਾਹਿਬ ਵੀ ਲੜਨਗੇ, ਲੜਦੇ ਆਏ ਨੇ, ਲੜਦੇ ਰਵਾਂਗੇ, ਉਹ ਅਸੀਂ ਵੀ ਲੜਾਂਗੇ, ਪਰ ਜਿਹੜਾ ਇਹ ਅੱਜ ਦੇ ਟਾਈਮ ਇਹ ਜਿਹੜੀ ਇਲੈਕਸ਼ਨ ਹੈ ਨਾ, ਇਹਦੇ ਆਸੇ-ਪਾਸੇ ਹੋਰ ਵੀ ਕਈ ਨੇ। ਜਿਹੜਾ ਇਹ ਪੋਲੀਟੀਕਲ ਅਨਸਟੇਬਿਲਿਟੀ ਪੰਜਾਬ ਦੇ ਵਿੱਚ ਹੈਗੀ, ਪੰਜਾਬ 'ਚ ਕੀ ਪੂਰੇ ਵਰਲਡ 'ਚ ਹੀ ਹੋਈ ਪਈ ਹੈ। ਦੇਖੋ ਉਧਰੋਂ ਚਾਈਨਾ ਕਿਸ ਤਰ੍ਹਾਂ ਇੰਡੀਆ ਦੇ ਉੱਤੋਂ ਦੀ ਆ ਰਿਹਾ, ਇਹਨੂੰ ਵਰਲਡ ਲੈਵਲ 'ਤੇ ਆਪਾਂ ਜੇ ਜਾ ਕੇ ਦੇਖੀਏ ਨਾ, ਇਹ ਅੱਜ ਦੇ ਟਾਈਮ 'ਚ ਜੇ ਇਹ ਇਲੈਕਸ਼ਨ ਹੈ, ਇਹ ਜੇ ਅੱਜ ਮਾਨ ਸਾਹਿਬ ਜਿੱਤਿਆ ਤਾਂ ਮਿਨੋਰਿਟੀ ਦੀ ਜਿੱਤ ਹੈ ਅਗੇਂਸਟ ਮੈਜੋਰਿਟੀ। ਹੁਣ ਜੇ ਮੈਜੋਰਿਟੇਰੀਅਨ ਜਿਹੜੇ ਲੋਕ ਨੇ, ਮੈਜੋਰਿਟੇਰੀਅਨ ਤਾਂ ਕਹਿੰਦੇ ਆ ਵੀ ਉਹਨਾਂ ਨੂੰ ਅਸੀਮੀਲੇਟ ਕਰ ਲਈਏ ਅਸੀਂ, ਦੇ ਵਾਂਟ ਟੂ ਅਸੀਮੀਲੇਟ। ਹੁਣ ਤੁਸੀਂ ਜਿਹੜੀਆਂ ਘਟਨਾਵਾਂ ਜਿਹੜੀਆਂ ਉਹਨਾਂ ਨੂੰ ਟੋਟੈਲਿਟੀ 'ਚ ਦੇਖੋ ਨਾ, ਘਟਨਾਵਾਂ ਕੀ ਘਟ ਰਹੀਆਂ ਨੇ, ਮਿਨੋਰਿਟੀ 'ਤੇ ਕਿਵੇਂ ਅਟੈਕ ਹੋ ਰਹੇ ਨੇ। ਮਿਨੋਰਿਟੀ 'ਤੇ ਤੁਸੀਂ ਦੇਖੋ, ਜੇ ਤਾਂ ਦੇਖੋ ਆਪਾਂ ਕਹਿ ਦਈਏ ਅਰਬ ਕੰਟਰੀ ਇੰਨੇ ਮਤਲਬ ਤਾਕਤਵਰ ਸੀਗੇ, ਤੁਸੀਂ ਦੇਖੋ ਇੱਕ ਇਹਨਾਂ ਦੀ ਜਿਹੜਾ ਆਪਣਾ ਸਪੀਕਰ ਸੀਗਾ
ਜਿਹਨੇ ਮਤਲਬ ਜਿਹੜਾ ਮੀਡੀਆ ਜਿਹਨੂੰ ਕਹਿ ਦਈਏ ਆਪਾਂ ਪਰਸਨ ਸੀਗਾ ਇਹਨਾਂ ਦਾ ਬੀਜੇਪੀ ਦਾ, ਉਹ ਇੱਕ ਸ਼ਬਦ ਬੋਲੇ ਸੀ, ਮਾੜਾ ਜਿਹਾ ਇੱਕ ਸ਼ਬਦ ਬੋਲੇ ਸੀ, ਕਿਵੇਂ ਉਹਨਾਂ ਨੇ ਮਤਲਬ ਇਹ ਸੀਗਾ। ਇਸ ਕਰਕੇ ਜਿਹੜੇ ਸਿੱਖਾਂ ਦੀ ਪਾਰਲੀਮੈਂਟ ਜਿਹੜੀ ਹੈਗੀ ਹੈ, SGPC ਪਾਰਲੀਮੈਂਟ ਜਦ ਕਹਿ ਦਈਏ ਪਾਰਲੀਮੈਂਟ ਆ ਹੈ ਨਾ, ਆਪਾਂ ਜਿਹੜੇ ਅਸੀਂ ਸੇਧ ਲੈ ਕੇ ਚੱਲਦੇ ਹਾਂ ਅਕਾਲ ਤਖਤ ਸਾਹਿਬ ਤੋਂ, ਠੀਕ ਹੈ ਨਾ। ਤਾਂ ਇਸ ਚੀਜ਼ ਨੂੰ ਕੀ ਹੈ ਕਿ ਸਾਨੂੰ ਜਿਹੜਾ ਹੈਗਾ ਤਕੜੇ ਹੋਣਾ ਪੈਣਾ, ਸਾਨੂੰ ਇੰਟੈਲੈਕਟ ਲੈਵਲ ਤੇ ਵੀ ਸਾਨੂੰ ਸਾਡੇ ਇੰਟੈਲੈਕਚੁਅਲ ਜਿਹੜੇ ਪਰਸਨ ਨੇ ਉਹ ਵੀ ਆਉਣੇ, ਔਰ ਜਿਹੜੇ ਸਾਡੇ ਝੁਝਾਰੂ ਲੋਕ ਨੇ ਉਹਨਾਂ ਨੂੰ ਵੀ ਸਾਡੇ ਇੱਕ ਮੁੱਠ ਹੋ ਕੇ ਇਹ ਲੜਾਈ ਹੈ ਜਿਹੜੀ ਪੰਜਾਬ ਵਰਸਸ ਦਿੱਲੀ ਹੈ, ਇਹਨੂੰ ਇੱਕ ਚੀਜ਼ ਤੇ ਫੋਕਸ ਨਾ ਕਰੋ। ਇਹਨੂੰ ਮੇਰਾ ਲਾਸਟ ਸਵਾਲ ਹੈ ਤੁਹਾਨੂੰ, ਮਾਨ ਸਾਹਿਬ ਦੀ ਗੱਲ ਕਰੀਏ ਤਾਂ ਮਾਨ ਸਾਹਿਬ ਕਹਿੰਦੇ ਮੈਂ ਸਰਬ ਸਾਂਝਾ ਉਮੀਦਵਾਰ ਹਾਂ, ਸਾਰਿਆਂ ਦੀ ਗੱਲ ਕਰਨ ਵਾਲਾ ਹਾਂ। ਜਿਵੇਂ ਤਲਵਾੜਾ ਜੀ ਨੇ ਦੱਸਿਆ ਕਿ ਜਿਵੇਂ ਉਹ ਪਹਿਲਾਂ ਜਿੱਤੇ, ਸਭ ਤੋਂ ਪਹਿਲੇ MP ਸੀ ਜਿਹੜਾ ਪ੍ਰਚਾਰ ਪਿਛਲੀ ਵਾਰ ਭਗਵੰਤ ਮਾਨ ਨੇ ਵੀ ਕੀ ਕੀਤਾ ਕਿ ਮੈਂ ਆਪਣੀ ਜਿਹੜੀ MP ਫੰਡ ਦਾ ਸੀਗਾ ਉਹਦਾ ਇੰਟਰਸਟ ਵੀ ਜਿਹੜਾ ਲੋਕਾਂ ਦੇ ਹਿੱਤ ਦੇ ਵਿੱਚ ਵਰਤਿਆ। ਪਰ ਤਲਵਾੜਾ ਜੀ ਨੇ ਦੱਸਿਆ ਕਿ ਮਾਨ ਸਾਹਿਬ ਨੇ ਵੀ ਆਪਣਾ ਜਿਹੜਾ ਸਭ ਤੋਂ ਪਹਿਲਾਂ ਫੰਡ ਸੀ ਜਿਹੜਾ 25 ਕਰੋੜ ਰੁਪਏ ਉਹ ਲੋਕਾਂ ਦੇ ਹਿੱਤਾਂ ਲਈ ਵਰਤਿਆ। ਉਹਦੇ ਵਿੱਚੋਂ ਹਿੰਦੂਆਂ ਨੂੰ ਵੀ ਦਿੱਤਾ ਹੈ, ਮੁਸਲਮਾਨਾਂ ਨੂੰ ਵੀ ਦਿੱਤਾ ਹੈ, ਕੋਈ ਪੱਖਪਾਤ ਨਹੀਂ ਕੀਤਾ। ਤੁਹਾਨੂੰ ਲੱਗਦਾ ਹੈ ਅੱਜ ਆਪਾਂ ਸ਼ਹਿਰ ਮਰੇਲਕੋਟਲਾ ਦੇ ਵਿੱਚ ਬੈਠੇ ਆ, ਜੇਕਰ ਕਹਿ ਦਈਏ ਮੁਸਲਿਮ ਸ਼ਹਿਰ ਹੈ, ਤੁਹਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਸਮਝ ਆਊਗੀ ਕਿ ਹਾਂ ਮਾਨ ਸਾਹਿਬ ਸਭ ਦੀ ਸਾਂਝੀ ਗੱਲ ਕਰਨਾ। ਦੇਖੋ, ਸਿੱਖ ਪੰਥ ਦੀ ਗੱਲ ਕਰ ਲਈਏ, ਐਦੋਂ ਵੱਡਾ ਸੈਕੂਲਰ ਪੰਥ ਕੋਈ ਨਹੀਂ ਹੋ ਸਕਦਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਕ ਲਓ, ਗੁਰੂ ਨਾਨਕ ਪਾਤਸ਼ਾਹ ਦੀ ਉਹਨਾਂ ਦਾ ਜਿਹੜਾ ਵਿਚਾਰਧਾਰਾ ਚੱਕ ਲਓ, ਐਦੋਂ ਵੱਡਾ ਸੈਕੂਲਰ ਕੋਈ ਹੋ ਹੀ ਨਹੀਂ ਸਕਦਾ, ਜਿੱਥੇ ਇੱਥੇ ਹਰ ਬੰਦੇ ਨੂੰ ਸਪੇਸ ਦਿੱਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹਰ ਬੰਦੇ ਨੂੰ ਸਪੇਸ ਦਿੱਤੀ ਗਈ ਹੈ। ਐਦੋਂ ਵੱਡਾ ਸੈਕੂਲਰ ਕੋਈ ਨਹੀਂ ਹੋ ਸਕਦਾ। ਇਹ ਤਾਂ ਇੱਕ ਜਸਟ ਇੱਕ ਜਿਹੜੀਆਂ ਸਟੇਟ ਸੈਂਟਰ ਦੀਆਂ ਪਾਲਿਸੀਆਂ ਬਦਨਾਮ ਕਰ ਰਹੇ ਆ ਕਦੇ ਵਾਸਤੇ। ਕੰਮ ਕੀ ਹੁੰਦਾ, ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਆ ਜ਼ਿਆਦਾਤਰ। ਨਹੀਂ ਧਰਮ ਦੇਖੋ, ਫਿਰ ਮੈਂ ਤੁਸੀਂ ਕਹੋਗੇ ਧਰਮ ਦਾ ਹਮੇਸ਼ਾ ਰਾਜਨੀਤੀ ਦੇ ਕੁੰਡਾ ਹੋਣਾ ਚਾਹੀਦਾ, ਕਿਉਂਕਿ ਧਰਮ ਜਿਹੜਾ ਜਦੋਂ ਵੀ ਜੋ ਵੀ ਫੈਸਲੇ ਜੋ ਲਏ ਜਾਣਗੇ ਉਹ ਹਮੇਸ਼ਾ ਹਿੱਤ ਲਈ ਹੋਣਗੇ। ਜੋ ਹੈਗਾ, ਜੇ ਧਰਮ ਨੂੰ ਰਾਜਨੀਤੀ ਲਈ ਜਿਹੜੇ ਵਰਤਦੇ ਨੇ ਨਾ, ਉਹ ਹੋਰ ਤਰੀਕੇ ਨਾਲ ਵਰਤਦੇ ਨੇ। ਉਹਨਾਂ ਨੇ ਕੀ ਕਰਨਾ ਵੀ ਇੱਕ ਆਪਾਂ ਕਹਿ ਦਈਏ ਵੀ ਜਿਵੇਂ ਹੇਟਸ ਫੈਲਾਉਣ ਵਾਸਤੇ ਵੀ ਆਏ ਆ ਫਲਾਣਾ, ਉਹ ਹੇਟਸ ਫੈਲਾਉਣ ਵਾਸਤੇ ਕਦੇ ਵੀ ਸਿੱਖ ਪੰਥ, ਕਦੇ ਸਿੱਖ ਧਰਮ ਕਦੇ ਵੀ ਨਾ ਸਾਡੇ ਗੁਰੂਆਂ ਨੇ ਇਹ ਗੱਲ ਸਿਖਾਈ ਹੈ। ਉਹ ਤਾਂ ਮਜਲੂਮ ਦੀ ਰੱਖਿਆ। ਤੁਸੀਂ ਅੱਜ ਜਿਹੜਾ ਹੈ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਜਿਹੜਾ ਹੈ ਮਰੇਲਕੋਟਲਾ ਦੇ ਵਿੱਚ ਆਏ ਹੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਦੇ ਵਿੱਚ ਜਿਹੜਾ ਪ੍ਰਚਾਰ ਕਰਨ ਲਈ ਆਏ ਹੋ, ਕਿਸ ਨੀਤੀ ਦੇ ਤਹਿਤ ਆਏ ਹੋ ਕਿ ਦੀਪ ਸਿੱਧੂ ਦੀ ਜੋ ਸੋਚ ਸੀ ਉਸ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ ਚੱਲ ਰਹੇ ਨੇ, ਇਸ ਲਈ ਆਏ? ਬਿਲਕੁਲ ਜੀ, ਜਿਹੜੀ ਦੀਪ ਸਿੱਧੂ ਦਾ ਇੱਕ ਸੁਪਨਾ ਸੀਗਾ, ਵਾਰਸ ਪੰਜਾਬ ਦੀ ਜਦੋਂ ਜਥੇਬੰਦੀ ਬਣੀ ਸੀਗੀ, ਉਦੋਂ ਉਹਨਾਂ ਨੇ ਕਿਹਾ ਸੀ ਕਿ ਮਾਨ ਸਾਹਿਬ ਦੀ ਆਪਾਂ ਸਪੋਰਟ ਕਰਨੀ ਆ, ਮਾਨ ਸਾਹਿਬ ਨੂੰ ਜਿਤਾਉਣਾ ਆ। ਤੇ ਆਪਾਂ ਵੀ ਜਦੋਂ ਮਾਨ ਸਾਹਿਬ ਤਲਵਾੜਾ ਸਾਹਿਬ ਕੋਲ ਵੀ ਗਏ ਸੀਗੇ ਘਰੇ ਵੀ, ਤੇ ਇਹਨਾਂ ਨੇ ਵੀ ਉਹੀ ਕਿਹਾ ਸੀਗਾ ਕਿ ਆਪਾਂ 16 ਮੈਂਬਰੀ 'ਚ ਆਪਾਂ ਸਲਾਹ ਕਰਾਂਗੇ, ਜੋ ਵੀ ਫੈਸਲਾ ਹੋਏਗਾ ਉਹ ਆਪਾਂ ਨੂੰ ਮਨਜ਼ੂਰ ਹੈ। ਪਰ ਸਾਰਿਆਂ ਨੇ ਕਿਹਾ ਕਿ ਹਾਂ, ਜਦੋਂ ਦੀਪ ਦੀ ਸੋਚ ਇਹ ਸੀਗੀ ਕਿ ਮਾਨ ਸਾਹਿਬ ਨੂੰ ਜਿਤਾਉਣਾ ਆ, ਮਾਨ ਸਾਹਿਬ ਇੱਕ ਸੋਚ ਹੈ, ਇੱਕ ਕਿਰਦਾਰ ਹੈ, ਤੇ ਉਹਨੂੰ ਆਪਾਂ ਜਿਤਾਉਣਾ ਆ। ਤੇ ਉਹ ਫੈਸਲਾ ਸੀਗਾ, ਇਸ ਕਰਕੇ ਅਸੀਂ ਸਾਰੇ ਆਪਣੀ ਵਾਰਸ ਪੰਜਾਬ ਦੇ ਜਥੇਬੰਦੀ ਆ ਅੱਜ ਇੱਥੇ ਪਹੁੰਚੀ ਆ। ਨੌਜਵਾਨਾਂ 'ਚ ਕਾਫੀ ਹੰਗਾਰਾ ਹੈ ਮਾਨ ਸਾਹਿਬ ਨੂੰ ਲੈ ਕੇ। ਜਿੱਦਾਂ ਪਹਿਲਾਂ ਅਮਰਗੜ੍ਹ ਤੋਂ ਇਲੈਕਸ਼ਨ ਲੜੇ ਨੇ ਮਾਨ ਸਾਹਿਬ, ਬਾਈ ਦੀਪ ਸਿੱਧੂ ਨੇ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਕੰਪੇਨ ਕੀਤੀ ਹੈ, ਤੇ ਨੌਜਵਾਨਾਂ ਨੇ ਵੱਡਾ ਹੰਗਾਰਾ ਭਰਿਆ ਉੱਥੇ। ਇਸ ਵਾਰ ਵੀ ਮਾਨ ਸਾਹਿਬ ਦੇ ਹੱਕ 'ਚ ਨੌਜਵਾਨ ਹੰਗਾਰਾ ਭਰ ਰਹੇ ਨੇ। ਤੁਹਾਨੂੰ ਲੱਗਦਾ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਮਾਨ ਸਾਹਿਬ ਇੱਕ ਸੋਚ ਹੈ, ਮਾਨ ਸਾਹਿਬ ਦੀ ਇੱਕ ਸੋਚ ਹੈ, ਦੀਪ ਸਿੱਧੂ ਇੱਕ ਸੋਚ ਸੀ, ਉਸ ਸੋਚ ਨੂੰ ਜਿਹੜਾ ਨੌਜਵਾਨ ਯੂਥ ਹੈ ਉਹ ਜਿੰਦਾ ਰੱਖੂਗਾ? ਬਿਲਕੁਲ ਜੀ, ਬਿਲਕੁਲ। ਦੇਖੋ, ਜੇ ਅੱਜ ਬਾਈ ਜਿੰਦੇ ਹੁੰਦੇ ਦੀਪ ਸਿੱਧੂ, ਤਾਂ ਅੱਜ ਤੁਹਾਨੂੰ ਰਿਜ਼ਲਟ ਪਹਿਲੇ ਮਿਲ ਜਾਣਾ ਸੀਗਾ। ਵੈਸੇ ਤਾਂ ਹੁਣ ਵੀ ਅਸੀਂ ਦੇਖ ਕੇ ਆਏ ਹਾਂ, ਤੇ ਉਹ ਬਿਲਕੁਲ ਹੀ ਘਬਰਾ ਗਏ, ਬੰਦ ਕਰ ਰਹੇ ਆ, ਮੈਕ ਨਹੀਂ ਲਾਉਣਾ, ਇਹ ਆ ਉਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗ ਗਿਆ। ਤੇ ਅਗਰ ਬਾਈ ਹੁੰਦੇ ਤਾਂ ਸਾਹਮਣੇ ਇੱਕ ਪਾਸਾ ਹੀ ਲੜਾਈ ਹੋਣੀ ਸੀਗੀ। ਉਹ ਤੁਹਾਡੇ ਸਾਹਮਣੇ ਪਹਿਲੇ ਰਿਜ਼ਲਟ ਆ ਜਾਣਾ ਸੀਗਾ ਕਿ ਜਿੱਤ ਮਾਨ ਸਾਹਿਬ ਦੀ ਹੋਣੀ ਸੀ ਜੀ। ਦਰਸ਼ਕੋ, ਇਹ ਸੀ ਸਾਡੇ ਨਾਲ ਵਾਰਸ ਪੰਜਾਬ ਦੀ ਜਥੇਬੰਦੀ ਤੋਂ ਭਾਈ ਪਲਵਿੰਦਰ ਸਿੰਘ ਤਲਵਾੜਾ ਤੇ ਐਡਵੋਕੇਟ ਖੋਸਾ ਹਰਨੇਕ ਸਿੰਘ ਫੌਜੀ, ਇਹ ਸੀ ਸਾਡੇ ਨਾਲ ਵਾਰਸ ਪੰਜਾਬ ਦੀ ਜਥੇਬੰਦੀ ਦੇ ਮੈਂਬਰ। ਚੈਨਲ ਸੀਰਤ ਪੰਜਾਬੀ ਨਾਲ ਜੁੜੇ ਰਹਿਣ ਲਈ ਤੁਹਾਡਾ ਦਰਸ਼ਕੋ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।